ਗਿੱਦੜਬਾਹਾ ਵਿਖੇ ਭਾਰਤੀ ਕਿਸਾਨ ਯੂਨੀਅਨ ਮਾਨਸਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਤੇ ਸਹਿਯੋਗੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਗਿੱਦੜਬਾਹਾ ਦੇ ਰੇਲਵੇ ਸਟੇਸ਼ਨ ਤੇ ਰੇਲ ਰੋਕੋ ਪ੍ਰੋਗਰਾਮ ਤਹਿਤ ਧਰਨਾ ਦਿੱਤਾ ਗਿਆ ਅਤੇ ਮੋਦੀ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ 3 ਕਾਲੇ ਕਾਨੂੰਨਾਂ ਅਤੇ ਬਿਜਲੀ ਐਕਟ 2020 ਅਤੇ ਪ੍ਰਦੂਸ਼ਣ ਐਕਟ ਵਾਪਸ ਲਏ, ਕਿਉਂਕਿ ਇਹ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਸਭ ਵਰਗਾਂ ਦੇ ਵਿਰੋਧੀ ਹਨ। ਇਹ ਵਿਸ਼ੇਸ਼ ਮੰਗ ਇਹ ਹੈ ਜੀ, ਜਿਹੜੇ 3 ਕਾਲੇ ਕਾਨੂੰਨ ਆ ਉਹ ਰੱਦ ਕਰਾਉਣ ਖਾਤਰ ਦਿੱਲੀ ਬੈਠੇ ਆ ਜੀ ਅਸੀਂ 84 ਦਿਨਾਂ ਤੋਂ ਜੀ। ਤੇ ਕਿਹੜੇ ਉੱਥੇ ਸਾਡੇ 26 ਤਰੀਕ ਨੂੰ ਨੌਜਵਾਨ ਗਏ ਸੀਗੇ ਜੀ, ਉਹ ਜੇਲ੍ਹਾਂ ਦੇ ਵਿੱਚ ਬੰਦ ਆ ਜੀ। ਤੇ ਇਹ ਜਿਹੜਾ ਅੱਜ ਧਰਨਾ ਸੀ 12 ਤੋਂ 4 ਦਾ ਜੀ ਰੇਲਾਂ ਰੋਕਣ ਦਾ, ਇਹ ਉਹਨਾਂ ਲਈ ਆ ਵੀ ਉਹ ਸਾਡੇ ਬੱਚੇ ਆ ਜਿਹੜੇ ਉਹ ਛੁਡਾਏ ਜਾਣ ਜੀ, ਤੇ ਸਰਕਾਰ ਤੇ ਦਬਾਅ ਵੱਧ ਤੋਂ ਵੱਧ ਪਾਇਆ ਜਾਵੇ ਤੇ ਵੱਧ ਤੋਂ ਵੱਧ ਇੱਥੋਂ ਸੰਦੇਸ਼ ਦਈਏ ਜੀ, ਪਿੰਡਾਂ ਦੇ ਵਿੱਚੋਂ ਵੀ ਵੱਧ ਤੋਂ ਵੱਧ ਕਿਸਾਨ ਸਾਰੇ ਦਿੱਲੀ ਜਾਣ, ਦਿੱਲੀ ਵੱਲ ਕੂਚ ਕਰਨ ਜੀ। ਅੱਜ ਜੋ ਸਾਡਾ ਰੇਲ ਰੋਕੂ ਪ੍ਰੋਗਰਾਮ ਸੀਗਾ, ਇਸ ਵਾਸਤੇ ਅਸੀਂ ਇਸ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ, ਰੇਲ ਰੋਕ ਕੇ ਵੀ ਸਾਡੇ ਕਾਲੇ ਕਾਨੂੰਨ ਰੱਦ ਕਰੋ। ਜਿਹੜੇ ਸਾਡਾ ਧੋਖੇ ਨਾਲ ਨੌਜਵਾਨ ਵੀਰ ਜੇਲ੍ਹਾਂ ਦੇ ਵਿੱਚ ਡੱਕੇ ਹੈ, ਪਹਿਲਾਂ ਅਸੀਂ ਉਹਨਾਂ ਦੀ ਰਿਹਾਈ ਚਾਹੁੰਦੇ ਹਾਂ। ਰਿਹਾਈ ਕਰਾਉਣ ਤੋਂ ਬਾਅਦ ਅਸੀਂ ਕਾਲੇ ਕਾਨੂੰਨ ਰੱਦ ਕਰਾਉਣਾ ਚਾਹੁੰਦੇ ਹਾਂ। ਇਸ ਵਾਸਤੇ ਜੋ ਅੱਜ ਰੇਲ ਰੋਕੋ ਦੀ ਕਾਲ ਸੀ ਉਹ ਇਸ ਵਾਸਤੇ ਦਿੱਤੀ ਸੀ। ਇਦੋਂ ਜਿਹੜਾ ਅਗਲੇ ਐਕਸ਼ਨ ਹੋਣਗੇ ਉਹ ਬਹੁਤ ਤਿੱਖੇ ਹੋਣਗੇ। ਇਹ ਸਿਰਫ ਚੇਤਾਵਨੀ ਤੌਰ ਤੇ 4 ਘੰਟੇ ਜਿਹੜੀ ਰੇਲਵੇ ਰੋਕੋ ਦੀ ਕਾਲ ਸੰਯੁਕਤ ਮੋਰਚੇ ਵੱਲੋਂ ਦਿੱਤੀ ਗਈ ਸੀ ਤੇ ਅਸੀਂ ਇਹਦੇ ਤੇ ਫੁੱਲ ਚੜਾਏ ਹੈ। ਸ਼ਾਂਤਮਈ ਸਾਡਾ ਪ੍ਰਦਰਸ਼ਨ ਸੀ ਤੇ ਸ਼ਾਂਤਮਈ ਰਹੂਗਾ। ਹਾਂਜੀ, मैं जगमीत सिंह ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪਿੰਡ ਫਰਾਜਵਾਲਾ ਤੋਂ ਅੱਜ ਜੀ ਅਸੀਂ ਜੋ ਸਾਡਾ 12 ਵਜੇ ਤੋਂ 4 ਵਜੇ ਤੱਕ ਦਾ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਸੀ ਆਲ ਓਵਰ ਇੰਡੀਆ ਰੇਲਾਂ ਰੋਕਣ ਦਾ, ਸੋ ਇਸ ਤੇ ਅਸੀਂ ਪਹੁੰਚੇ ਸੀ ਜੀ। ਅਸੀਂ ਗਿੱਦੜਬਾਹਾ ਰੇਲਾਂ ਰੋਕਣ ਦਾ ਜੋ ਪ੍ਰੋਗਰਾਮ ਸੀ ਉਹ ਬੜੇ ਸੁਚਾਰੂ ਢੰਗ ਨਾਲ ਇੱਥੇ ਸਾਡਾ ਪ੍ਰੋਗਰਾਮ ਚੱਲਿਆ ਹੈ। ਆਲਮੋਸਟ 5 ਤੋਂ 7 ਹਜ਼ਾਰ ਬੰਦਾ ਇੱਥੇ ਸ਼ਾਮਲ ਸੀਗਾ ਜੀ ਇਸ ਧਰਨੇ ਵਿੱਚ। ਇਹ ਧਰਨਾ ਜੋ ਦਿੱਤਾ ਗਿਆ ਹੈ, ਜੋ ਆਪ ਜੀ ਨੂੰ ਪਤਾ ਕਿ ਕਿਸਾਨ ਅੰਦੋਲਨ ਜੋ 3 ਕਾਲੇ ਕਾਨੂੰਨ ਸੈਂਟਰ ਦੀ ਸਰਕਾਰ ਨੇ ਪਾਸ ਕੀਤੇ ਹਨ, ਉਹਨਾਂ ਦੇ ਅਗੇਂਸਟ ਪਿਛਲੇ ਆਲਮੋਸਟ 2.5-3 ਮਹੀਨੇ ਤੋਂ ਚੱਲ ਰਿਹਾ ਹੈ। ਪਰ 26 ਜਨਵਰੀ ਤੋਂ ਬਾਅਦ ਕੁਝ ਸਰਕਮਸਟੈਂਸਸ ਜਿਹੜੇ ਚੇਂਜ ਹੋ ਗਏ ਸੀ, ਉਸ ਦੇ ਸੰਦਰਭ ਦੇ ਵਿੱਚ ਸਾਡੀ ਹਾਈ ਕਮਾਂਡ ਨੇ, ਸਾਡੀ ਅੱਪਰ ਲੈਵਲ ਦੀ ਮੈਨੇਜਮੈਂਟ ਨੇ ਕਾਲ ਦਿੱਤੀ ਸੀ ਆਲ ਓਵਰ ਇੰਡੀਆ ਕਿ ਰੇਲਾਂ ਬੰਦ ਕੀਤੀਆਂ ਜਾਣ ਤਾਂ ਕਿ ਇਹਦੇ ਨਾਲ ਗਵਰਨਮੈਂਟ ਤੇ ਪ੍ਰੈਸ਼ਰ ਬਣਾਇਆ ਜਾ ਸਕੇ। ਸੋ ਇਹਦੇ ਵਿੱਚ ਕੁਛ ਇੱਕ ਮੰਗਾਂ ਸਨ, 3 ਕਾਲੇ ਕਾਨੂੰਨ ਜੋ ਪਹਿਲੀਆਂ ਸਾਡੀਆਂ ਬੇਸਿਕ ਮੰਗਾਂ ਹਨ, 3 ਕਾਲੇ ਕਾਨੂੰਨ ਰੱਦ ਕਰਨੇ, ਪਰਾਲੀ ਵਾਲਾ ਕਾਨੂੰਨ ਰੱਦ ਕਰਨਾ ਤੇ ਬਿਜਲੀ ਦਾ ਜੋ ਨਵਾਂ ਬਿਜਲੀ ਬਿੱਲ ਆਰਡੀਨੈਂਸ ਹੈ 2020 ਉਹਨੂੰ ਰੱਦ ਕਰਨਾ। ਪਰ ਉਸ ਤੋਂ ਪਹਿਲਾਂ ਸਰਕਾਰ ਨੇ ਜੋ 11 ਦੌਰ ਦੀ ਗੱਲਬਾਤ ਕਰਕੇ ਗੱਲਬਾਤ ਤੇ ਇੱਕ ਵਾਰ ਜੋ ਸਟਾਪ ਲਾਤਾ ਸੀ, ਹੁਣ ਸਰਕਾਰ ਚਾਹੁੰਦੀ ਹੈ ਕਿ ਗੱਲਬਾਤ ਕੀਤੀ ਜਾਵੇ। ਪਰ ਭਾਰਤੀ ਕਿਸਾਨ ਯੂਨੀਅਨ ਸਾਂਝਾ ਸੰਯੁਕਤ ਮੋਰਚੇ ਵੱਲੋਂ ਸਾਡੀਆਂ ਇਹ ਮੰਗਾਂ ਕਿ ਜੇ ਗਵਰਨਮੈਂਟ ਗੱਲਬਾਤ ਅੱਗੇ ਤੋਰਨਾ ਚਾਹੁੰਦੀ ਹੈ ਤਾਂ 26 ਜਨਵਰੀ ਦੇ ਵਿੱਚ ਜਿੰਨੇ ਵੀ ਬੱਚੇ ਜਾਂ ਕੋਈ ਨੌਜਵਾਨ ਜਿਹੜੇ ਵੀ ਗ੍ਰਿਫਤਾਰ ਕੀਤੇ ਗਏ ਹਨ ਕਿਸੇ ਵੀ ਕਾਨੂੰਨ ਦੇ ਅੰਡਰ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਸਾਰੇ ਕਿਸਾਨ ਯੂਨੀਅਨ ਦੇ ਲੀਡਰਾਂ ਤੇ ਵਰਕਰਾਂ ਤੇ ਜਿੰਨੇ ਵੀ ਕੇਸ ਪਾਏ ਗਏ ਹਨ ਉਹ ਸਾਰੇ ਕੇਸ ਵਾਪਸ ਲਏ ਜਾਣ ਤਾਂ ਕਿ ਇੱਕ ਸਦਭਾਵਨਾ ਦਾ ਮਾਹੌਲ ਪੈਦਾ ਹੋਵੇ, ਜਿਹਦੇ ਵਿੱਚ ਕਿ ਸਦਭਾਵਨਾ ਵਿੱਚ ਬੈਠ ਕੇ ਹੀ ਗੱਲਬਾਤ ਕੀਤੀ ਜਾਵੇ। ਸੋ ਸਰਕਾਰ ਤੇ ਪ੍ਰੈਸ਼ਰ ਬਣਾਉਣ ਵਾਸਤੇ, ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਡੈਮੋਕ੍ਰੈਟਿਕ ਵੇ ਦੇ ਨਾਲ ਅਸੀਂ 100% ਪੀਸਫੁਲੀ ਅੱਜ ਅਸੀਂ ਇਹ ਧਰਨਾ ਦਿੱਤਾ ਸੀ। ਸੋ ਧਰਨੇ ਦੇਣਾ ਇੱਕ ਬਹੁਤ ਵੱਡਾ ਹਥਿਆਰ ਹੈ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ, ਕਿਉਂਕਿ ਅਸੀਂ ਕਿਸੇ ਵੀ ਵਾਇਲੇਸ਼ਨ ਦੇ ਵਿੱਚ, ਕਿਸੇ ਵੀ ਆਰਮਡ ਲੜਾਈ ਦੇ ਵਿੱਚ ਅਸੀਂ ਵਿਸ਼ਵਾਸ ਨਹੀਂ ਰੱਖਦੇ। ਅਸੀਂ ਇੰਡੀਆ ਦੇ ਸਿਵਲਾਈਜ਼ਡ ਲੋਕ ਹਾਂ। ਸੋ ਅਸੀਂ ਚਾਹੁੰਦੇ ਹਾਂ ਕਿ ਸਿਵਲਾਈਜ਼ਡ ਵੇ ਨਾਲ ਹੀ ਜਿਹੜਾ ਸਾਡਾ ਸੰਘਰਸ਼ ਹੈ ਉਸ ਨੂੰ ਜਿੱਤਿਆ ਜਾਵੇ। ਔਰ ਸਿਵਲਾਈਜ਼ਡ ਵੇ ਦੇ ਵਿੱਚ ਸਭ ਤੋਂ ਪਹਿਲਾ ਹੱਕ ਹੈ ਸਪੀਚ ਦਾ ਹੱਕ, ਸਾਡੇ ਆਪਣੇ ਬੇਸਿਕ ਅਧਿਕਾਰਾਂ ਨੂੰ ਜੇ ਗਵਰਨਮੈਂਟ ਸਾਡੇ ਅਧਿਕਾਰਾਂ ਦੀ ਵਾਇਲੇਸ਼ਨ ਕਰਦੀ ਹੈ ਤਾਂ ਉਸ ਦੇ ਉਲਟ ਧਰਨੇ ਕਿਤੇ ਵੀ ਲਾਏ ਜਾ ਸਕਦੇ ਹਨ। ਪਰ ਸਰਕਾਰ ਪਤਾ ਨਹੀਂ ਕਿਹੜੀ ਖੁਮਾਰੀ ਵਿੱਚ ਹੈ, ਪਤਾ ਨਹੀਂ ਉਹਨਾਂ ਨੂੰ ਆਪਣੀ ਬਹੁਮਤ ਦਾ ਥੋੜ੍ਹਾ ਜ਼ਿਆਦਾ ਗੁਮਾਨ ਹੈ। ਪਰ ਅਸੀਂ ਆਪ ਜੀ ਦੇ ਚੈਨਲ ਤੋਂ ਇਹ ਦੱਸਣਾ ਚਾਹੁੰਦੇ ਹਾਂ ਕਿ ਜੇ ਇਹ ਜੋ ਬਹੁਮਤ ਹੈ ਕਿ ਸਾਰੀ ਉਮਰ ਨਹੀਂ ਰਹਿਣੀ। ਜੇ ਲੋਕਾਂ ਦੇ ਹੱਕ ਦੇ ਫੈਸਲੇ ਕੀਤੇ ਜਾਣਗੇ, ਲੋਕ ਪੱਖੀ ਪਾਲਿਸੀਜ਼ ਇੰਪਲੀਮੈਂਟ ਕੀਤੀਆਂ ਜਾਣਗੀਆਂ ਤਾਂ ਇੰਡੀਆ ਦੇ ਲੋਕ ਉਹਨਾਂ ਨੇਤਾਵਾਂ ਨੂੰ ਬਾਰ-ਬਾਰ ਚੁਣਨਗੇ ਜਿਹੜੇ ਨੇਤਾ ਕਿਸੇ ਵੀ ਕਾਰਪੋਰੇਟ ਘਰਾਣੇ ਦੇ ਜਾਂ ਫੋਰਨ
ਇਨਵੈਸਟਮੈਂਟਸ ਦੇ ਲਾਲਚ ਨੂੰ, ਆਪਣੀਆਂ ਤਿਜੋਰੀਆਂ ਭਰਨ ਦੇ ਲਾਲਚ ਨੂੰ ਅਗੇਂਸਟ ਦਾ ਪਾਪੂਲੇਸ਼ਨ ਜੇ ਕੋਈ ਵੀ ਲੋਕ ਮਾਰੂ ਨੀਤੀਆਂ ਜੇ ਇੰਪਲੀਮੈਂਟ ਕਰੂਗੀ ਤਾਂ ਮੇਰਾ ਖਿਆਲ ਹੈ ਉਹ ਇੰਡੀਆ ਦੀ ਕੁਰਸੀ ਤੇ ਟਿਕ ਨਹੀਂ ਸਕੂਗੀ। ਸੋ ਸਾਡੀ ਸੈਂਟਰ ਗਵਰਨਮੈਂਟ ਨੂੰ ਇਹ ਪੁਰਜ਼ੋਰ ਮੰਗ ਹੈ ਜੀ ਡੈਮੋਕ੍ਰੈਟਿਕ ਵੇ ਦੇ ਨਾਲ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇੰਡੀਆ ਇੱਕ ਦੁਨੀਆ ਦੇ ਵਿੱਚ ਇੱਕ ਉੱਭਰਦੀ ਹੋਈ ਸ਼ਕਤੀ ਬਣੇ, ਨੰਬਰ 1 ਪਾਵਰ ਬਣੇ, ਤਾਂ ਇਹ ਜ਼ਰੂਰੀ ਹੈ ਕਿ ਇੱਥੋਂ ਦੇ ਲੋਕ ਪਹਿਲਾਂ ਖੁਸ਼ ਹੋਣ, ਤਾਂ ਹੀ ਤੁਸੀਂ ਇੰਟਰਨੈਸ਼ਨਲ ਜੋ ਕਮਿਊਨਿਟੀਜ਼ ਆ ਉਹਨਾਂ ਨੂੰ ਖੁਸ਼ ਰੱਖ ਸਕਦੇ ਹੋ। ਨਹੀਂ ਤਾਂ ਤੁਹਾਨੂੰ ਵੀ ਪਤਾ ਹੈ ਕਿ ਜੇ ਤੁਹਾਡੇ ਆਪਣੇ ਲੋਕ ਹੀ ਤੁਹਾਡੇ ਵੱਸ ਨਹੀਂ ਤਾਂ ਫਿਰ ਕੋਈ ਵੀ ਅਮਰੀਕਾ, ਕੈਨੇਡਾ ਜਾਂ ਤੁਸੀਂ ਯੂਰਪ ਤੁਸੀਂ ਕਹੋ ਤੁਹਾਨੂੰ ਵੈਲਕਮ ਕਰੂਗਾ, ਤੁਹਾਨੂੰ ਰੈੱਡ ਕਾਰਪੈਟਸ ਵਿਛਾਊਗਾ, ਇਹ ਤੁਹਾਡਾ ਸਿਰਫ ਤੇ ਸਿਰਫ ਵਹਿਮ ਹੈ। ਹਾਂਜੀ, ਮੈਂ ਨਾਨਕ ਸਿੰਘ ਫੱਕਰਸਰ ਬਲਾਕ ਖਜ਼ਾਨਚੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ। ਤਾਂ ਅਸੀਂ ਜੋ ਅੱਜ ਸਾਡਾ ਇਹ ਸੰਯੁਕਤ ਮੋਰਚੇ ਵੱਲੋਂ ਜੋ ਕਾਲ ਦਿੱਤੀ ਗਈ ਸੀ ਰੇਲ ਰੋਕੋ ਅੰਦੋਲਨ ਦੀ, ਤਾਂ ਸਾਡੇ ਗਿੱਦੜਵਾ ਬਲਾਕ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਅਸੀਂ ਇਹ ਪੂਰਾ ਪੀਸਫੁੱਲ ਸਾਡਾ ਜੋ ਧਰਨਾ ਪ੍ਰਦਰਸ਼ਨ ਸੀਗਾ ਕੀਤਾ। ਤਾਂ ਅਸੀਂ ਅੱਗੇ ਤੋਂ ਵੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਵੀ ਜਿੰਨੇ 26 ਤਰੀਕ ਨੂੰ ਜੋ ਕੋਈ ਅਣਜਾਣੇ 'ਚ ਨੌਜਵਾਨ ਚਲੇ ਵੀ ਗਏ ਤਾਂ ਰਸਤੇ ਦਾ ਨਹੀਂ ਪਤਾ ਸੀ ਕਈਆਂ ਨੂੰ, ਤਾਂ ਉਹ ਫੜ ਕੇ ਮੋਦੀ ਸਰਕਾਰ ਨੇ ਜੇਲ੍ਹਾਂ 'ਚ ਡੱਕ ਛੱਡਿਆ, ਤਾਂ ਉਹਨਾਂ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ। ਜਿੰਨੇ ਸਾਡੇ ਕਿਸਾਨ ਆਗੂਆਂ ਦੇ ਪਰਚੇ ਦਰਜ ਕੀਤੇ ਆ ਉਹ ਰੱਦ ਕੀਤੇ ਜਾਣ, ਤਾਂ ਦੁਬਾਰਾ ਫਿਰ ਕੋਈ ਅਸੀਂ ਸਰਕਾਰ ਨਾਲ ਗੱਲਬਾਤ ਕਰਾਂਗੇ। ਤਾਂ ਇਹ ਸਾਡੀ ਅੱਜ ਇੱਕ ਚੇਤਾਵਨੀ ਸੀ ਸਰਕਾਰ ਨੂੰ, ਜਿਵੇਂ ਅੱਗੇ ਵੀ ਅਸੀਂ ਚੱਕਾ ਜਾਮ ਕੀਤਾ ਸੀ ਪੂਰੇ ਭਾਰਤ ਦੇ ਵਿੱਚ, ਅੱਜ ਰੇਲ ਰੋਕੋ ਅੰਦੋਲਨ ਸੀ ਪੂਰੇ ਭਾਰਤ ਦੇ ਵਿੱਚ, ਵੀ ਜੇ ਅਸੀਂ ਚਾਹੀਏ ਤਾਂ ਅਸੀਂ ਇੰਨੀਆਂ ਥਾਵਾਂ ਤੇ ਅਸੀਂ ਲਗਾਤਾਰ ਵੀ ਲੰਮੇ ਸਮੇਂ ਵਾਸਤੇ ਵੀ ਅਸੀਂ ਚੱਕਾ ਜਾਮ ਕਰ ਸਕਦੇ ਹਾਂ ਜੇ ਅੱਗੇ ਤੋਂ ਮੋਦੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। ਤਾਂ ਜੇ ਉਹ ਇਹ ਵਾਰ-ਵਾਰ ਕਹਿ ਰਹੇ ਆ ਵੀ ਇਹ ਕਿਸਾਨਾਂ ਦੇ ਹਿੱਤ 'ਚ ਹੈ ਕਾਲੇ ਕਾਨੂੰਨ, ਜਿਹੜੇ 3 ਖੇਤੀ ਕਾਨੂੰਨ ਲਿਆਂਦੇ ਆ ਮੋਦੀ ਸਰਕਾਰ ਨੇ, ਤਾਂ ਇਹ ਕਿਸਾਨ ਮਾਰੂ ਆ। ਅਸੀਂ ਵਾਰ-ਵਾਰ ਕਲੋਜ਼ ਬਾਈ ਕਲੋਜ਼ ਇਹਨਾਂ ਤੇ ਬਹਿਸ ਕਰ ਚੁੱਕੇ ਆ ਸਾਡੇ ਲੀਡਰ, ਤਾਂ ਇਹਨਾਂ ਨੂੰ ਰੱਦ ਕੀਤਾ ਜਾਵੇ। ਜੇ ਮੋਦੀ ਸਰਕਾਰ ਅੱਗੇ ਤੋਂ ਨਹੀਂ ਰੱਦ ਕਰਦੀ ਤਾਂ ਅੱਗੇ ਤੋਂ ਜੋ ਵੀ ਸੰਯੁਕਤ ਮੋਰਚਾ ਸਾਨੂੰ ਅੱਗੇ ਤੋਂ ਕੋਈ ਕਾਲ ਦੇਊਗਾ ਤਾਂ ਤਿੱਖੇ ਐਕਸ਼ਨ ਕੀਤੇ ਜਾਣਗੇ, ਤਾਂ ਲੰਮੇ ਸਮੇਂ ਲਈ ਸੰਘਰਸ਼ ਕੀਤਾ ਜਾਊਗਾ। ਨਿਊਜ਼ ਆਨਲਾਈਨ ਲਈ ਗਿੱਦੜਬਾਹ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ।